पूरी हुई करामात आप सिरजनहारै धारिया। हम अवगुण भरे एक गुण ना अमृत छाड़ बिख मोह परम पै भूले सुत दारा स्यों। एक उत्तम पंथ सुनयो गुर संगत तेह मलंद जम त्रास। एक अरदास पाठ कीरत की गुर रामदास राग। लख खुशियाँ पातशाहियाँ जे सतगुर नदर। निमख एक हर नाम दे मेरा मन तन सीत। सुखा होटल गुर सेविय ऐनिस सहज सुभाव। दर्शन परसै जन्म मरण दुख होवै सिफत संग। नूरे अरसों कुरसों तुद डिठे सच्चे। मल जन्म जन्म दी तुद डिठे सच्चे पातशाह। मल जन्म जन्म दी। परम सन्मान जो सतगुरां दी साजी नवाजी गुरु की संगत ते आप संगतां ने सतगुरां दे दरबार अंदर बैठ के गुरबाणी दे कीर्तन गुरबाणी दे पाठ सरवण करके मिलिया होया समा मिले होए सवास सफले बनाए। सतगुरां दी गुर बख्शिश गुर फतेह दी हाजरी लवाइए। महाराज साहब जियां दे बचन ने आगे आवत सिंह जो पावै वाहिगुरु जी की फतेह बुलावै। ये 10वें पातशाह महाराज जियां दा हुक्म है ते हुक्म जिहड़ा है ना वो जिहड़ा मनदा वो सुखी रहिंदा। जिहड़ा हुक्म अदूली करदा हुक्म नूं मनदा नहीं वो दुखी हो जांदा। 10वें पातशाह दा हुक्म यह है भी जिहड़ा सिख साडा फतेह बुलाउंदा है उस दे वल साडी खुशी हुंदी है। 10वें पातशाह महाराज जी दियां खुशियां लईए मिल के आखिए वाहिगुरु जी का वाहिगुरु जी की फतेह। साहिब गुरु रामदास पातशाह जियां दा अज आपां प्रकाश दिहाड़ा मना रहे हाँ। तिस दे संबंध विच आपां विचारां सरवण करनियां। नाल नाल महाराज जियां दी सोढ़ी कुल जिहड़ी है इहदे बाबत भी विचार सरवण करांगे। सतगुरां दी इलाही बाणी गुरु तेग बहादुर महाराज साहब जियां ने जो दिल्ली दी धरती विखे सानू सलोक बख्शिश कीते सन। आपां अखंड पाठ साहिब जियां दे सलोक वैरागमई गुरबाणी सरवण कीती है। उपरंत गुरबाणी दे कीर्तन सरवण करके लाहा प्राप्त किया। गुरु रामदास पातशाह महाराज जी सोढ़ियां दी कुल दे अंदर प्रगट होए। पर जे सोढ़ियां दी कुल दा वेरवा पढ़िए ते विस्तार पढ़िए ते कहन लगे दो राजे ने। एक कसूर दे उपर राज करदा नाम है कालकेत। एक लाहौर दे उपर राज करदा नाम है काल राय। समा बतीत हुंदा गया दोनां दे विच वैर पै गया। वैर पैण दे नाल जंग होया ते जंग दे विच काल राय जिहड़े सन वो जंग विच हार गए। जंग विच हारन करके राज भी जांदा रहा। जिन्ने कोई सिपाही फौजी बचे सन जां जिन्ना कोई परिवार अपना बचिया
ਉਹਨਾਂ ਨੂੰ ਲੈ ਕੇ ਸਨੌੜ ਦੇਸ਼ ਜਿਹੜਾ ਹੈ ਉੱਥੇ ਚਲੇ ਗਏ। ਅੱਜ ਆਪਾਂ ਨਾਮ ਸੁਣਦੇ ਹਾਂ ਮਥੁਰਾ ਸ਼ਹਿਰ, ਇਸੇ ਤਰ੍ਹਾਂ ਜਿਹੜਾ ਹੈ ਗਵਾਲੀਅਰ ਦਾ ਸ਼ਹਿਰ, ਇਸੇ ਤਰ੍ਹਾਂ ਅਮਰਕੋਟ ਦਾ ਸ਼ਹਿਰ, ਇਹ ਸਾਰੇ ਮਥੁਰਾ ਦੇ ਨੇੜੇ ਨੇੜੇ ਨੇ। ਇਸ ਇਲਾਕੇ ਨੂੰ ਸਨੌੜ ਆਖਿਆ ਜਾਂਦਾ ਹੈ। ਇੱਥੇ ਜਾ ਕੇ ਚਕਰੈਲ ਬਣ ਕੇ ਤੁਰੇ। ਚਕਰੈਲ ਤੋਂ ਭਾਵ ਹੁੰਦਾ ਵੀ ਇੱਕ ਥਾਂ ਤੇ ਨਾ ਟਿਕਣਾ। ਇੱਕ ਪਿੰਡ, ਇੱਕ ਇਲਾਕੇ ਵਿੱਚ ਥੋੜਾ ਸਮਾਂ ਬਤੀਤ ਕੀਤਾ, ਫਿਰ ਅੱਗੇ ਚੱਲ ਪਏ, ਫਿਰ ਅੱਗੇ ਚੱਲ ਪਏ। ਇਸ ਇਲਾਕੇ ਵਿੱਚ ਤੁਰੇ ਫਿਰਦੇ ਰਹੇ ਤੇ ਜਦੋਂ ਇਲਾਕੇ ਦਾ ਭੇਤ ਆ ਗਿਆ, ਕੁਝ ਸਿਪਾਹੀਆਂ ਫੌਜੀਆਂ ਨੂੰ ਨਾਲ ਲੈ ਕੇ ਜਿਹੜਾ ਅਮਰਕੋਟ ਦਾ ਰਾਜਾ ਸੀ, ਉਹਦੇ ਰਾਜ ਨੂੰ, ਉਹਦੇ ਕਿਲੇ ਨੂੰ ਆ ਕੇ ਘੇਰਾ ਪਾ ਲਿਆ ਵੀ ਅਸੀਂ ਤੇਰੇ ਨਾਲ ਜੰਗ ਕਰਾਂਗੇ ਤੇ ਤੇਰੇ ਰਾਜ ਭਾਗ ਨੂੰ ਅਸੀਂ ਪ੍ਰਾਪਤ ਕਰਾਂਗੇ। ਜਿਹੜਾ ਅਮਰਕੋਟ ਦਾ ਰਾਜਾ ਬੜਾ ਸਿਆਣਾ, ਉਸਨੇ ਸੋਚਿਆ ਵੀ ਜੰਗ ਕਰਕੇ ਜਾਂ ਤੇ ਮੈਂ ਮਰਾਂਗਾ ਤੇ ਜਾਂ ਮੈਂ ਇਹਨਾਂ ਨੂੰ ਮਾਰਾਂਗਾ। ਉਹ ਧਰਮਾਤਮਾ ਸੀ, ਰੱਬ ਦੀ ਬੰਦਗੀ ਕਰਨ ਵਾਲਾ। ਉਸਨੇ ਸੁਨੇਹਾ ਭੇਜਿਆ, ਕਹਿਣ ਲੱਗਾ ਵੀ ਜੰਗ ਕਰਕੇ ਤੇ ਮਰਨਾ ਮਰਾਉਣਾ ਹੁੰਦਾ ਤੇ ਮਨੁੱਖਾ ਜਨਮ ਬੜਾ ਦੁਰਲੱਭ ਹੈ, ਜਿਹੜਾ ਮਿਲਦਾ ਨਹੀਂ ਹੈ। ਮਨੁੱਖਾ ਜਨਮ ਦੀ ਕੀਮਤ ਸੰਸਾਰ ਦੇ ਕਿਸੇ ਪਦਾਰਥ ਨਾਲ ਦਿੱਤੀ ਨਹੀਂ ਜਾ ਸਕਦੀ ਹੈ। ਮਨੁੱਖਾ ਜਨਮ ਬੜਾ ਦੁਰਲੱਭ ਹੈ ਤੇ ਮੈਂ ਨਹੀਂ ਗਵਾਉਣਾ ਚਾਹੁੰਦਾ ਮਰਨ ਮਾਰਨ ਦੇ ਚੱਕਰ ਵਿੱਚ। ਮੈਂ ਚਾਹੁੰਦਾ ਹਾਂ ਕਿ ਇਸ ਜਨਮ ਦੇ ਵਿੱਚ ਰੱਬ ਦਾ ਸਿਮਰਨ ਭਜਨ ਕੀਤਾ ਜਾਏ। ਤੁਸੀਂ ਮੇਰੇ ਰਾਜ ਨੂੰ ਆ ਕੇ ਘੇਰਾ ਪਾ ਲਿਆ। ਕਾਹਦੇ ਵਾਸਤੇ ਘੇਰਾ ਪਾਇਆ? ਕਿ ਰਾਜ ਭਾਗ ਲੈਣ ਵਾਸਤੇ। ਜੇ ਤੁਸੀਂ ਰਾਜ ਭਾਗ ਲੈਣ ਦੀ ਇੱਛਾ ਰੱਖਦੇ ਹੋ, ਮੈਂ ਤੁਹਾਡੀ ਕੁੱਲ ਬਾਰੇ ਜਾਣਦਾ ਹਾਂ, ਤੁਹਾਡੇ ਖਾਨਦਾਨ ਬਾਰੇ ਵੀ ਜਾਣਦਾ ਹਾਂ। ਤੁਸੀਂ ਖੱਤਰੀ ਘਰਾਣੇ ਦੇ ਵਿੱਚ ਪੈਦਾ ਹੋਣ ਵਾਲੇ ਹੋ, ਤੁਹਾਡੀ ਕੁੱਲ ਬੜੀ ਚੰਗੀ ਹੈ। ਤੁਸੀਂ ਮੇਰੇ ਨਾਲ ਜੰਗ ਨਾ ਕਰੋ। ਮੈਨੂੰ ਆਪਣਾ ਵੱਡਾ ਸਮਝ ਕੇ, ਬਜ਼ੁਰਗ ਸਮਝ ਕੇ, ਸਿਆਣਾ ਸਮਝ ਕੇ ਮੈਂ ਇੱਕ ਤੁਹਾਨੂੰ ਸਲਾਹ ਦਿੰਦਾ ਹਾਂ। ਜੇ ਤੁਸੀਂ ਉਸ ਤਰੀਕੇ ਨੂੰ ਅਪਣਾਓਗੇ, ਨਾ ਜੰਗ ਕਰਨ ਦੀ ਲੋੜ ਪਵੇਗੀ ਤੇ ਨਾ ਰਾਜ ਖੋਹਣ ਦੀ ਲੋੜ ਪਵੇਗੀ। ਜਦੋਂ ਕਾਲ ਰਾਏ ਨੇ ਗੱਲ ਸੁਣੀ ਤੇ ਫਿਰ ਸੁਨੇਹਾ ਭੇਜਿਆ, ਕਹਿਣ ਲੱਗਾ ਵੀ ਕੀ ਉਹ ਰਾਏ ਹੈ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ? ਤੇ ਅਮਰਕੋਟ ਦਾ ਰਾਜਾ ਕਹਿਣ ਲੱਗਾ, ਸਲਾਹ ਇਹ ਹੈ ਵੀ ਮੇਰੇ ਘਰ ਵਿੱਚ ਰੱਬ ਨੇ ਪੁੱਤਰ ਨਹੀਂ ਦਿੱਤਾ। ਮੇਰੇ ਘਰ ਵਿੱਚ ਇੱਕ ਧੀ ਹੈ ਤੇ ਧੀ ਨੂੰ ਅਸਕਰ ਤੇ ਮੈਂ ਕਿਸੇ ਨਾ ਕਿਸੇ ਨਾਲ ਵਿਆਹਣਾ ਹੈ। ਇੱਕ ਦਿਨ ਉਸ ਨੂੰ ਤੋਰਨਾ ਹੀ ਹੈ। ਜੇ ਤੁਸੀਂ ਜੰਗ ਦਾ ਹੰਕਾਰ ਛੱਡ ਕੇ ਨਿਮਰਤਾ ਦੇ ਵਿੱਚ ਆ ਕੇ ਤੇ ਮੇਰੇ ਕੋਲ ਆ ਜਾਓ, ਮੈਂ ਰਿਸ਼ਤਾ ਇਹ ਤੁਹਾਨੂੰ ਕਰ ਦਿੰਦਾ। ਤੁਹਾਨੂੰ ਰਿਸ਼ਤੇ ਦੇ ਨਾਲ ਇਹ ਰਾਜ ਵੀ ਮਿਲ ਜਾਏਗਾ ਔਰ ਮੈਂ ਰਾਜ ਭਾਗ ਕਮਾ ਕੇ ਕਰਕੇ ਮੈਂ ਥੱਕ ਚੁੱਕਿਆ। ਮੈਂ ਤੇ ਹੁਣ ਰੱਬ ਦੀ ਬੰਦਗੀ ਕਰਨੀ ਚਾਹੁੰਦਾ, ਪਰ ਉਹਦੇ ਵਾਸਤੇ ਤੁਹਾਨੂੰ ਇਹ ਮਨ ਦੀ ਹਉਮੈ ਦੂਰ ਕਰਨੀ ਪਵੇਗੀ। ਹੰਕਾਰ ਲਾ ਕੇ ਨਿਮਰਤਾ ਵਿੱਚ ਆਉਣਾ ਪਵੇਗਾ ਤੇ ਨੀਵੇਂ ਬਣਨਾ ਪਵੇਗਾ, ਤਾਂ ਇਹ ਗੱਲ ਸਿਰੇ ਚੜ੍ਹੇਗੀ। ਜਦੋਂ ਅਮਰਕੋਟ ਦੇ ਰਾਜੇ ਨੇ ਇਹ ਬੇਨਤੀ ਕੀਤੀ ਤੇ ਉਸ ਵੇਲੇ ਕਾਲ ਰਾਏ ਜੀ ਮੰਨ ਗਏ। ਕਹਿਣ ਲੱਗੇ, ਠੀਕ ਹੈ, ਜੇ ਤੂੰ ਜੰਗ ਨਹੀਂ ਕਰਨਾ ਚਾਹੁੰਦਾ, ਜੰਗ ਅਸੀਂ ਵੀ ਨਹੀਂ ਕਰਦੇ। ਜੰਗ ਵਿੱਚ ਲਾਭ ਨਹੀਂ ਹੈ, ਕਿਸੇ ਦਾ ਫਾਇਦਾ ਕੋਈ ਨਹੀਂ ਹੈ। ਤੇ ਉਸ ਵੇਲੇ ਕਾਲ ਰਾਏ ਨੇ ਫਿਰ ਉਸ ਅਮਰਕੋਟ ਦਾ ਜਿਹੜਾ ਰਾਜਾ ਸੀ, ਉਹਦੀ ਲੜਕੀ ਜਿਹਦਾ ਨਾਮ ਸਨੌਡੀ ਹੈ, ਉਹਦੇ ਨਾਲ ਵਿਆਹ ਕਰਵਾ ਲਿਆ। ਵਿਆਹ ਕਰਵਾਉਣ ਕਰਕੇ ਰਾਜ ਭਾਗ ਵੀ ਮਿਲ ਗਿਆ। ਰਾਜਾ ਬਣ ਕੇ ਰਾਜ ਕਰਨ ਲੱਗਾ। ਥੋੜਾ ਸਮਾਂ ਬਤੀਤ ਹੋਇਆ ਤੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ। ਤੇ ਜਦੋਂ ਪੁੱਤਰ ਦਾ ਨਾਮ ਰੱਖਣ ਦੀ ਗੱਲ ਆਈ ਤੇ ਫਿਰ ਉਸ ਵੇਲੇ ਵਿਚਾਰ ਚੱਲੀ ਵੀ ਮਾਂ-ਬਾਪ ਦੇ ਦੋਨਾਂ ਦੇ ਨਾਂ ਨੂੰ ਮਿਲਾ ਕੇ ਇਹਦਾ ਨਾਮ ਰੱਖਿਆ ਜਾਏ। ਤੇ ਫਿਰ ਦੋਨਾਂ ਦਾ ਜਦੋਂ ਨਾਮ ਮਿਲਾਇਆ, ਸਨੌਡੀ ਨਾਮ ਲੜਕੀ ਦਾ, ਮਾਂ ਦਾ ਸਨੌਡੀ ਤੋਂ ਸੋਢੀ ਬਣ ਗਿਆ। ਕਾਲ ਰਾਏ ਬਾਪ ਦਾ ਨਾਮ ਸੀ, ਉਹਦੇ ਨਾਮ ਦੇ ਨਾਲੋਂ ਰਾਏ ਸ਼ਬਦ ਲਾ ਕੇ ਸੋਢੀ ਰਾਏ ਇਸ ਦਾ ਨਾਮ ਰੱਖਿਆ। ਤੇ ਸੋਢੀ ਰਾਏ ਨੇ ਬੜਾ ਲੰਮਾ ਸਮਾਂ ਰਾਜ ਕਮਾਇਆ। ਇਹਦੇ ਤੋਂ ਜਿਹੜੀ ਸੋਢੀ ਬੰਸ ਹੈ, ਸੋਢੀ ਕੁੱਲ ਹੈ, ਉਹਦਾ ਆਗਾਜ਼ ਹੋਇਆ, ਉਹਦੀ ਪਰੰਪਰਾ ਚੱਲੀ ਹੈ। ਸੋ ਇਹਨਾਂ ਸਨੌਡੀ ਲੜਕੀ ਅਤੇ ਕਾਲ ਰਾਏ ਦੇ ਪੁੱਤਰ ਤੋਂ ਉਹ ਨਾਮ ਜਿਹੜਾ ਸੀ ਸੋਢੀ ਰਾਏ ਸੰਸਾਰ ਵਿੱਚ ਪ੍ਰਗਟ ਹੋਇਆ। ਤੇ ਉਹਨਾਂ ਦੀ ਕੁੱਲ ਫਿਰ ਅੱਗੇ ਚੱਲ ਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੀ ਬੜੀ ਗਿਆਨੀ ਵਿਦਵਾਨ ਪੁਰਸ਼ ਇਹਨਾਂ ਦੀ ਕੁੱਲ ਵਿੱਚ ਪੈਦਾ ਹੋਏ। ਇੱਕ ਸਮਾਂ ਇਹੋ ਜਿਹਾ ਆਇਆ
ਵੀ ਸੋਢੀਆਂ ਦੀ ਕੁਲ ਦੇ ਵਿੱਚ ਇਹੋ ਜਿਹੇ ਵਿਦਵਾਨ ਪੈਦਾ ਹੁੰਦੇ ਸਨ, ਵੇਦਾਂ ਨੂੰ ਪੜ੍ਹਨ ਵਾਲੇ, ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਜਿਨ੍ਹਾਂ ਦਾ ਦੁਨੀਆ ਵਿੱਚ ਕੋਈ ਮੁਕਾਬਲਾ ਨਹੀਂ ਸੀ ਕਰ ਪਾਉਂਦਾ। ਇੰਨੀ ਸਿਆਣਪ ਔਰ ਇੰਨੀ ਅਕਲ ਜਿਹੜੀ ਸੀ ਉਹ ਇਹਨਾਂ ਨੂੰ ਪ੍ਰਾਪਤ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸੋਢੀਆਂ ਦੇ ਸੁਲਤਾਨ ਜਿਨ੍ਹਾਂ ਨੂੰ ਕਿਹਾ ਜਾਂਦਾ, ਇਸੇ ਕੁਲ ਦੇ ਵਿੱਚ ਪਿਤਾ ਹਰਦਾਸ ਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦਾ ਨਾਮ ਪਹਿਲਾ ਨਾਮ ਭਾਈ ਜੇਠਾ ਹੈ, ਮਾਂ ਬਾਪ ਨੇ ਨਾਮ ਜੇਠਾ ਰੱਖਿਆ, ਰਾਮਦਾਸ ਨਾਮ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਭਾਈ ਜੇਠਾ ਜੀ ਅੰਮ੍ਰਿਤ ਵੇਲੇ ਲਾਹੌਰ ਸ਼ਹਿਰ ਚੂਨਾ ਮੰਡੀ ਦੇ ਅੰਦਰ 2 ਨਵੰਬਰ 1534 ਈਸਵੀ ਨੂੰ ਮਹਾਰਾਜ ਸਾਹਿਬ ਜੀਆਂ ਨੇ ਅੱਜ ਦੇ ਦਿਨ ਭਾਗ ਲਾਉਂਦਿਆਂ ਹੋਇਆਂ ਲਾਹੌਰ ਦੀ ਧਰਤੀ ਨੂੰ ਇਹ ਕਿਰਪਾ ਕੀਤੀ ਹੈ। ਆਪ ਸੰਗਤਾਂ ਨੇ ਇਤਿਹਾਸ ਸਰਵਣ ਕੀਤਾ, ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨਾ ਉਦਾਸੀਆਂ ਕਰਦੇ ਹੋਏ ਲਾਹੌਰ ਸ਼ਹਿਰ ਦੇ ਵਿੱਚ, ਤੇ ਮਹਾਰਾਜ ਅੰਮ੍ਰਿਤ ਵੇਲੇ ਬੈਠੇ ਸਨ ਇਕਾਂਤ ਵਿੱਚ, ਤੇ ਉਸ ਵੇਲੇ ਬਹੁਤ ਭਾਰੀ ਰੌਲਾ ਪੈ ਗਿਆ। ਤੇ ਰੌਲਾ ਪੈਣ ਦੀ ਜਦੋਂ ਆਵਾਜ਼ ਗੁਰੂ ਨਾਨਕ ਸਾਹਿਬ ਦੇ ਕੰਨਾਂ ਵਿੱਚ ਪਈ ਤੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਕੀ ਕਾਰਨ ਹੈ, ਕਿਉਂ ਰੌਲਾ ਪੈਂਦਾ? ਕਹਿਣ ਲੱਗੇ ਜੀ ਇਸ ਵੇਲੇ ਜਿਹੜੇ ਕਸਾਈ ਨੇ ਗਾਵਾਂ ਨੂੰ, ਮੱਝਾਂ ਨੂੰ, ਪਸ਼ੂਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਣ ਵਾਸਤੇ ਤੇ ਭੱਜੇ ਫਿਰਦੇ ਨੇ ਵੀ ਹੁਣ ਸਮੇਂ ਸਿਰ ਇਸ ਨੂੰ ਵੱਢ ਕੱਢ ਕੇ ਤੇ ਥਾਵਾਂ ਥਾਵਾਂ ਤੇ ਪਹੁੰਚਾਇਆ ਜਾਏ। ਇਸ ਵੇਲੇ ਜੀਵਾਂ ਨੂੰ ਵੱਢਿਆ ਜਾ ਰਿਹਾ, ਅੰਮ੍ਰਿਤ ਵੇਲੇ ਦਾ ਸਮਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਸੁਣੇ ਤੇ ਪਾਤਸ਼ਾਹ ਕਹਿਣ ਲੱਗੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਗੁਰਬਾਣੀ ਵਿੱਚ ਬਚਨ ਦਰਜ ਨੇ ਮਹਾਰਾਜ ਜੀਆਂ ਦੇ ਕਿ ਇਹ ਲਾਹੌਰ ਸ਼ਹਿਰ ਵਾਲਿਓ, ਤੁਸੀਂ ਪਾਪ ਕਰਦੇ ਹੋ ਅੰਮ੍ਰਿਤ ਵੇਲੇ ਉੱਠ ਕੇ, ਇਹ ਜਿੰਨਾ ਕਹਿਰ ਦਾ ਪਾਪ ਕਰਦੇ ਹੋ ਇਹਦਾ ਫਲ ਵੀ ਤੁਹਾਨੂੰ ਹੀ ਭੁਗਤਣਾ ਪਵੇਗਾ, ਔਰ ਤੁਹਾਡੇ ਸ਼ਹਿਰ ਦੇ ਉੱਪਰ ਐਸੀ ਵਿਪਤਾ ਅੰਮ੍ਰਿਤ ਵੇਲੇ ਪਿਆ ਕਰੇਗੀ ਜਿਹੜੀ ਤੁਹਾਨੂੰ ਭੁਗਤਣੀ ਪਵੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਬਚਨ ਪੂਰੇ ਹੋਏ। ਜਦੋਂ ਅੰਮ੍ਰਿਤ ਵੇਲਾ ਹੋਣਾ ਨਾ ਗੁਰਮੁਖੋ, ਤੇ ਕਿਸੇ ਨਾ ਕਿਸੇ ਦੀ ਇੱਕ ਦੂਜੇ ਨਾਲ ਲੜਾਈ ਹੋ ਜਾਣੀ, ਜਾਂ ਸੱਟ ਦੇ ਨਾਲ ਸਰੀਰ ਫਟੜ ਹੋ ਜਾਣੇ, ਜਾਂ ਕਤਲ ਹੋ ਜਾਣਾ। ਬੜਾ ਲੰਮਾ ਸਮਾਂ ਕਈ ਸਾਲ ਇਹ ਕੰਮ ਚੱਲਦਾ ਰਿਹਾ। ਜਦੋਂ ਲਾਹੌਰ ਸ਼ਹਿਰ ਦੀ ਬਹੁਤੀ ਬਰਬਾਦੀ ਹੋ ਗਈ ਤੇ ਫਿਰ ਸਿਆਣਿਆਂ ਵਿਅਕਤੀਆਂ ਨੇ ਇਕੱਠੇ ਹੋ ਕੇ ਆਖਿਆ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਸਨ ਵੀ ਇੱਥੇ ਸਵਾ ਪਹਿਰ ਰਾਤ ਰਹਿੰਦਿਆਂ ਕਹਿਰ ਵਾਪਰਿਆ ਕਰੇਗਾ, ਤੇ ਉਹ ਵਾਪਰਦਾ ਪਿਆ। ਆਪਾਂ ਨੂੰ ਉਹਨਾਂ ਕੋਲ ਚੱਲ ਕੇ ਬਖਸ਼ਾਉਣਾ ਚਾਹੀਦਾ। ਤੇ ਲਾਹੌਰ ਦੇ ਕੁਝ ਪਤਵੰਤੇ ਜਿਹੜੇ ਸਨ ਉਹ ਫਿਰ ਗੁਰੂ ਅਮਰਦਾਸ ਪਾਤਸ਼ਾਹ ਕੋਲ ਆਏ। ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਗੁਰਤਾ ਗੱਦੀ ਤੇ ਸਨ। ਆਣ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਵੱਡਿਆਂ ਨੇ ਭਾਰੀ ਗੁਨਾਹ ਕੀਤਾ ਤੇ ਤੁਹਾਡੇ ਵੱਡਿਆਂ ਨੇ ਬਚਨ ਕੀਤੇ ਨੇ ਵੀ ਇੱਥੇ ਸਵਾ ਪਹਿਰ ਰਾਤ ਰਹਿੰਦਿਆਂ ਕਹਿਰ ਵਾਪਰਿਆ ਕਰੇਗਾ। ਆਪ ਜੀ ਮਿਹਰ ਕਰੋ, ਕਿਰਪਾ ਕਰੋ, ਉਹਨਾਂ ਬਚਨਾਂ ਨੂੰ ਵਾਪਸ ਲੈ ਕੇ ਤੇ ਸ਼ਹਿਰ ਨੂੰ ਵਸਣ ਦਾ ਮਹਾਰਾਜ ਵਰ ਬਖਸ਼ਿਸ਼ ਕਰੋ। ਤੇ ਜਦੋਂ ਉਹਨਾਂ ਨੇ ਬਚਨ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇਤਰ ਬੰਦ ਕਰਕੇ ਬੈਠ ਗਏ। ਕੁਝ ਸਮਾਂ ਨੇਤਰ ਬੰਦ ਕਰਕੇ ਮਹਾਰਾਜ ਜੀ ਨੇ ਵਿਚਾਰਿਆ ਕਿ ਸਾਡੀ ਇਸ ਗੁਰਤਾ ਗੱਦੀ ਨੂੰ ਭਾਗ ਲਾਉਣ ਵਾਸਤੇ ਚੌਥਾ ਸਰੂਪ ਜਿਹੜਾ ਹੈ ਉਹ ਲਾਹੌਰ ਸ਼ਹਿਰ ਤੋਂ ਹੀ ਸਾਨੂੰ ਆ ਕੇ ਪ੍ਰਾਪਤ ਹੋਣਾ। ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ। ਲਾਹੌਰ ਸ਼ਹਿਰ ਦੇ ਵਾਸੀਆਂ ਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ, ਅਸੀਂ ਆਪਣੇ ਵੱਡਿਆਂ ਦਾ ਬਚਨ ਵਾਪਸ ਲੈਂਦੇ ਹਾਂ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਬਚਨ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ੇ। ਕਹਿੰਦੇ ਲਾਹੌਰ ਦੇ ਨੇੜੇ ਸ਼ਹਿਰ ਵਸੇਗਾ, ਨਾਮ ਅੰਮ੍ਰਿਤਸਰ ਹੋਵੇਗਾ, ਸਿਫਤ ਦਾ ਘਰ ਹੋਵੇਗਾ। ਇਹ ਬਚਨ ਕਹਿ ਕੇ ਉਹ ਜਿਹੜਾ ਕਹਿਰ ਵਾਪਰਦਾ ਸੀ ਮਹਾਰਾਜ ਨੇ ਵਾਪਸ ਲੈ ਲਿਆ। ਪਰ ਵਾਪਸ ਤਾਂ ਹੋਇਆ ਕਿ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਜੋਤ ਨੇ ਪ੍ਰਗਟ ਹੋਣਾ। ਆਪਾਂ ਬਚਨ ਪੜ੍ਹਦੇ ਆ ਨਾ, ਜਿਹੜੇ ਨਾਮ ਜਪਦੇ ਨੇ ਤਿਨ ਕੀ ਬਰਕਤ ਖਾਹੇ ਸੰਖ ਕਰੋੜੇ, ਇਹ ਗੁਰਬਾਣੀ ਦਾ ਬਚਨ ਹੈ। ਨਾਮ ਜਪਣ ਵਾਲਿਆਂ ਦੀ ਬਰਕਤ ਹੀ ਇੰਨੀ ਹੈ ਕਿ ਉਹ ਸਾਰਿਆਂ ਨੂੰ ਬਖਸ਼ਾ ਲੈਂਦੇ ਨੇ ਜਿੱਥੇ ਆਪਣੇ ਪਵਿੱਤਰ ਚਰਨਾਂ ਨੂੰ ਪਾਉਂਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਇਤਿਹਾਸ ਆਪਾਂ ਤਾਂ ਪਹਿਲੂ ਵਿਚਾਰਿਆ ਹੈ ਕਿ ਮਹਾਰਾਜ ਲਾਹੌਰ ਸ਼ਹਿਰ ਨੂੰ ਬਖਸ਼ਾਉਣ ਵਾਲੇ ਨੇ, ਭਾਵੇਂ ਕਿ ਉਹਨਾਂ ਨੇ ਗੁਨਾਹ ਤੇ ਪਾਪ ਕੀਤਾ। ਗੁਰੂ ਨਾਨਕ ਸਾਹਿਬ ਦੇ ਬਚਨ ਵੀ ਹੋਏ ਪਰ ਸਤਿਗੁਰਾਂ ਨੇ ਬੇਨਤੀ ਕਰਕੇ ਬਖਸ਼ਾਏ। ਸਤਿਗੁਰਾਂ ਦਾ ਅਵਤਾਰ ਹੋਇਆ ਅੰਮ੍ਰਿਤ ਵੇਲੇ। ਮਹਾਰਾਜ ਸਾਹਿਬ ਜੀ ਦੁਨੀਆ ਤੇ ਆਏ, ਮਾਂ ਬਾਪ ਦੇ ਵੱਲੋਂ ਨਾਮ ਰੱਖਿਆ ਗਿਆ ਭਾਈ ਜੇਠਾ ਜੀ। ਤੇ ਕਹਿਣ ਲੱਗੇ ਸਤਿਗੁਰਾਂ ਦਾ ਸੁਭਾਅ ਜਿਹੜਾ ਨਾ ਸ਼ੁਰੂ ਤੋਂ ਆਮ ਬੱਚਿਆਂ ਵਾਲਾ ਨਹੀਂ,
ਹਮੇਸ਼ਾ ਇੱਕ ਰਸ ਮਹਾਰਾਜ ਸਮਾਧੀ ਵਿੱਚ ਉਥਾਨ ਰਹਿੰਦੇ, ਸਮਾਧੀ ਵਿੱਚ ਟਿਕੇ ਰਹਿੰਦੇ, ਗੰਭੀਰ ਰਹਿੰਦੇ, ਕਦੇ ਸੰਸਾਰ ਦੇ ਵੱਲ ਬਹੁਤਾ ਧਿਆਨ ਨਹੀਂ ਲੈ ਕੇ ਆਉਂਦੇ। ਤੇ ਗੁਰਮੁਖੋ ਬਹੁਤਾ ਸਮਾਂ ਲੰਮਾ ਮਾਂ ਬਾਪ ਦਾ ਪਿਆਰ ਸਤਿਗੁਰਾਂ ਨੂੰ ਨਹੀਂ ਮਿਲਿਆ। ਹਾਲੇ 5 ਸਾਲ ਦੀ ਉਮਰ ਸੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕਿ ਮਾਤਾ ਜੀ ਸਤਿਗੁਰਾਂ ਦੇ ਚੜ੍ਹਾਈ ਕਰ ਗਏ, ਸਰੀਰ ਛੱਡ ਗਏ। ਮਾਤਾ ਜੀ ਦੇ ਸਰੀਰ ਛੱਡਣ ਦਾ ਬਹੁਤ ਵੱਡਾ ਦੁੱਖ ਹੈ ਬੱਚੇ ਦੇ ਵਾਸਤੇ, ਕਿਉਂਕਿ ਜਿਹੜਾ ਲਾਡ ਪਿਆਰ ਮਾਂ ਨੇ ਕਰਨਾ, ਜਿਹੜੀਆਂ ਬੁਰਕੀਆਂ ਮੂੰਹ ਦੇ ਵਿੱਚ ਮਾਂ ਨੇ ਪਾ ਦੇਣੀਆਂ, ਉਹ ਦੂਜਾ ਕੋਈ ਪਾ ਨਹੀਂ ਸਕਦਾ ਹੈ। ਅਤੇ ਯਾਦ ਆਉਂਦੀ ਹੈ ਆਪਣੀ ਮਾਂ ਦੀ ਵਾਰ-ਵਾਰ, ਪਰ ਜੋ ਪਰਮੇਸ਼ਰ ਦਾ ਭਾਣਾ ਹੈ, ਹਾਲੇ ਤੇ ਇੰਨੀ ਸੋਝੀ ਵੀ ਨਹੀਂ ਹੈ, ਇੰਨਾ ਪਤਾ ਵੀ ਨਹੀਂ ਹੈ ਕਿ ਮਾਤਾ ਨੂੰ ਹੋਇਆ ਕੀ ਹੈ। ਮਾਤਾ ਦਇਆ ਕੌਰ ਦੀ ਸਰੀਰ ਛੱਡ ਗਏ, ਤਿੰਨਾਂ ਦੀ ਅੰਤਮ ਕਿਰਿਆ ਕੀਤੀ। ਨਾਨਕਾ ਪਰਿਵਾਰ ਸਤਿਗੁਰਾਂ ਦਾ ਕਹਿਣ ਲੱਗਾ ਸੀ ਇਹਨੂੰ ਆਪਣੇ ਭਾਣਜੇ ਨੂੰ, ਆਪਣੇ ਦੋਹਤਰੇ ਨੂੰ ਆਪਣੇ ਨਾਲ ਲੈ ਜਾਂਦੇ, ਅਸੀਂ ਉੱਥੇ ਰੱਖ ਕੇ ਇਸ ਨੂੰ ਪਾਲਾਂਗੇ। ਪਰ ਪਿਤਾ ਜਿਹੜੇ ਸਨ ਅਰਦਾਸ ਮੱਲ ਜੀ ਕਹਿਣ ਲੱਗੇ, ਨਹੀਂ, ਮੈਂ ਆਪਣੇ ਪੁੱਤਰ ਨੂੰ ਆਪਣੇ ਕੋਲ ਹੀ ਰੱਖਾਂਗਾ, ਮੈਂ ਇਹਦੀ ਪਰਵਰਿਸ਼ ਕਰਾਂਗਾ, ਇਹਦਾ ਧਿਆਨ ਰੱਖਾਂਗਾ। ਗੁਰਮੁਖੋ ਹਾਲੇ ਬਹੁਤਾ ਸਮਾਂ ਨਹੀਂ ਬਤੀਤ ਹੋਇਆ। 5 ਸਾਲ ਦੀ ਉਮਰ ਸੀ, ਮਾਤਾ ਜੀ ਚੜ੍ਹਾਈ ਕਰ ਗਏ, ਤੇ 7 ਸਾਲ ਦੀ ਉਮਰ ਹੋਈ ਤੇ ਪਰਮੇਸ਼ਰ ਨੇ ਇਹੋ ਜਿਹਾ ਭਾਣਾ ਵਰਤਾਇਆ ਕਿ ਸਤਿਗੁਰਾਂ ਦੇ ਪਿਤਾ ਭਾਈ ਹਰਦਾਸ ਜੀ ਵੀ ਆਪਣਾ ਸਰੀਰ ਛੱਡ ਗਏ। ਮਾਤਾ ਦਾ ਸਾਇਆ ਵੀ ਉੱਠ ਗਿਆ, ਪਿਤਾ ਦਾ ਸਾਇਆ ਵੀ ਉੱਠ ਗਿਆ, ਦੋਨੇ ਜਾਣੇ ਚੜ੍ਹਾਈ ਕਰ ਗਏ। ਉਸ ਵੇਲੇ ਫਿਰ ਭਾਈ ਜੇਠਾ ਜੀਆਂ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ, ਉਹਨਾਂ ਦੇ ਨਾਨਕੇ ਜਿਹੜਾ ਬਾਸਰਕੇ ਨਗਰ ਹੈ, ਔਰ ਬਾਸਰਕੇ ਨਗਰ ਹੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ, ਇਸੇ ਨਗਰ ਦੇ ਮਹਾਰਾਜ ਰਹਿਣ ਵਾਲੇ ਸਨ। ਬਾਸਰਕੇ ਨਗਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅੱਜ ਵੀ ਸੰਗਤਾਂ ਉੱਥੇ ਦਰਸ਼ਨ ਕਰਦੀਆਂ। ਇਹ ਮਹਾਰਾਜ ਜੀਆਂ ਦਾ ਨਾਨਕਾ ਪਿੰਡ ਹੈ। ਤੇ ਕਹਿਣ ਲੱਗੇ ਉਸ ਪਿੰਡ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ, ਤੇ ਘਰ ਦੇ ਵਿੱਚ ਗਰੀਬੀ ਹੈ, ਘਰ ਦੇ ਵਿੱਚ ਬਹੁਤੇ ਪਦਾਰਥ ਨਹੀਂ। ਤੇ ਉਸ ਵੇਲੇ ਕੀ ਕਰਦੇ ਨਾਨੀ ਜੀ ਕਿ ਘਰ ਦੇ ਵਿੱਚ ਘੁੰਗਣੀਆਂ ਉਬਾਲ ਕੇ ਜਾਂ ਛੋਲੇ ਉਬਾਲ ਕੇ ਉਹਦੀ ਚੰਗੇਰ ਭਰ ਕੇ, ਵੱਡੀ ਟੋਕਰੀ ਭਰ ਕੇ ਦੇ ਦਿਆ ਕਰਦੇ ਵੀ ਜਾਓ ਜਾ ਕੇ ਇਸ ਨੂੰ ਦੇ ਆਓ, ਕੋਈ 2 ਪੈਸਾ ਕੋਈ 4 ਪੈਸੇ ਪ੍ਰਾਪਤ ਹੋਣਗੇ, ਉਹਦੇ ਨਾਲ ਆਪਾਂ ਪਰਿਵਾਰ ਦਾ ਗੁਜ਼ਾਰਾ ਕਰਾਂਗੇ। ਤੇ ਕਈਆਂ ਵਿਦਵਾਨਾਂ ਨੇ ਸਾਖੀ ਜਿਹੜੀ ਹੈ ਲਾਹੌਰ ਸ਼ਹਿਰ ਦੀ ਲਿਖੀ ਹੈ ਵੀ ਮਹਾਰਾਜ ਉਸ ਵੇਲੇ ਲਾਹੌਰ ਵਿੱਚ ਹੀ ਰਹਿੰਦੇ ਸਨ ਤੇ ਉੱਥੇ ਇਹ ਕਾਰਜ ਕਰਦੇ ਸਨ। ਜਦੋਂ ਜਾਣਾ ਬਾਜ਼ਾਰ ਦੇ ਵਿੱਚ ਬੜੀ ਮਿੱਠੀ ਆਵਾਜ਼ ਮਾਰਨੀ, ਮਹਾਰਾਜ ਦੀ ਆਵਾਜ਼ ਦੇ ਵਿੱਚ ਇਹੋ ਜੀ ਸ਼ਾਂਤੀ ਹੋਣੀ, ਇਹੋ ਜਿਹਾ ਪ੍ਰੇਮ ਹੋਣਾ, ਜਿੰਨੇ ਸੁਣਨਾ ਉਹਨੇ ਖਿੱਚੇ ਤੁਰੇ ਆਉਣਾ ਮਹਾਰਾਜ ਦੇ ਵੱਲ। ਇੱਕ ਦਿਨ ਕੀ ਹੋਇਆ, ਮਹਾਰਾਜ ਜੀ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਘੁੰਗਣੀਆਂ ਵੇਚਦਾ, ਇੱਕ ਫਕੀਰ ਆ ਗਿਆ, ਸਾਧੂ ਆ ਗਿਆ, ਆ ਕੇ ਕਹਿਣ ਲੱਗਾ ਵੀ ਇਹ ਬੱਚਿਆ, ਮੈਨੂੰ ਭੁੱਖ ਤੇ ਡਾਢੀ ਲੱਗੀ ਆ, ਪਰ ਮੇਰੇ ਕੋਲ ਦੇਣ ਵਾਸਤੇ ਪੈਸਾ ਨਹੀਂ ਹੈ, ਤੇ ਤੂੰ ਮੇਰੀ ਭੁੱਖ ਮਿਟਾਉਣ ਵਾਸਤੇ ਮੈਨੂੰ ਇਹ ਘੁੰਗਣੀਆਂ ਜਿਹੜੀਆਂ ਨੇ ਨਾ ਇਹ ਦੇ ਦੇ। ਤੇ ਸਤਿਗੁਰਾਂ ਦੇ ਹੱਥ ਨਿੱਕੇ ਨਿੱਕੇ ਸਨ, 8-10 ਸਾਲ ਦੀ ਉਮਰ, ਕੋਈ ਬਹੁਤੀ ਵੱਡੀ ਨਹੀਂ ਹੁੰਦੀ ਹੈ। ਆਪਣੇ ਦੋਹਾਂ ਹੱਥਾਂ ਦੇ ਨਾਲ ਬੁੱਕ ਭਰਿਆ, ਤੇ ਉਹ ਜਿਹੜਾ ਸਾਧੂ ਸੀ ਉਹਨੇ ਝੋਲੀ ਆਪਣੀ ਅੱਗੇ ਕੀਤੀ ਤੇ ਬੁੱਕ ਉਹਦੇ ਵਿੱਚ ਪਾ ਦਿੱਤਾ। ਘੁੰਗਣੀਆਂ ਖਾ ਲਈਆਂ, ਬੜੀਆਂ ਸਵਾਦ ਸਨ। ਦੂਜੀ ਵਾਰੀ ਫਿਰ ਆਖਿਆ ਵੀ ਫਿਰ ਦੇ, ਫਿਰ ਪਾਈਆਂ। ਤੀਜੀ ਵਾਰੀ ਪਾਈਆਂ, ਹੁਣ ਹੱਥ ਛੋਟੇ ਨੇ, ਬਹੁਤੀਆਂ ਹੱਥ ਵਿੱਚ ਆਉਂਦੀਆਂ ਨਹੀਂ। ਤੇ ਫਕੀਰ ਕਹਿਣ ਲੱਗਾ ਮੈਨੂੰ ਭੁੱਖ ਹੀ ਇੰਨੀ ਲੱਗੀ ਹੈ, ਇਹ ਜਿੰਨੀਆਂ ਜਿੰਨੀਆਂ ਤੂੰ ਦਿੰਦਾ ਇਹਦੇ ਨਾਲ ਮੇਰਾ ਬਣਦਾ ਕੁਝ ਨਹੀਂ। ਤੇ ਜਦੋਂ ਇਹ ਗੱਲ ਸੁਣੀ, ਉਹ ਭਰੀ ਹੋਈ ਜਿਹੜੀ ਚੰਗੇਰ ਸੀ ਨਾ ਟੋਕਰੀ, ਸਾਰੀ ਦੀ ਸਾਰੀ ਉਹਦੀ ਝੋਲੀ ਵਿੱਚ ਪਾ ਲਈ। ਕਹਿਣ ਲੱਗੇ ਲੈ ਬਾਬਾ, ਖਾ ਕੇ ਆਪਣੇ ਪੇਟ ਦੀ ਭੁੱਖ ਦੂਰ ਕਰ। ਐਸੇ ਨੇ ਗੁਰੂ ਰਾਮਦਾਸ ਮਹਾਰਾਜ ਜੀ। ਭਾਵੇਂ ਮਾਂ ਦਾ ਸਾਇਆ ਸਿਰ ਤੇ ਨਹੀਂ ਹੈ, ਬਾਪ ਦਾ ਸਾਇਆ ਸਿਰ ਤੇ ਨਹੀਂ ਹੈ, ਘਰ ਦੇ ਵਿੱਚ ਬਹੁਤੇ ਪਦਾਰਥ ਵੀ ਨਹੀਂ, ਵੀ ਘਰ ਵਿੱਚ ਛਕਣਾ ਕੀ ਹੈ, ਨਾ ਆਪਣੀ ਪਰਵਾਹ ਕੀਤੀ ਅਤੇ ਨਾ ਪਰਿਵਾਰ ਦੀ ਪਰਵਾਹ ਕੀਤੀ, ਸਭ ਕੁਝ ਇੱਕ ਸਾਧੂ ਨੂੰ ਉਸ ਵੇਲੇ ਭੇਟ ਕਰ ਦਿੱਤਾ। ਤੇ ਗੁਰੂ ਰਾਮਦਾਸ ਮਹਾਰਾਜ ਦੇ ਹੱਥੋਂ ਜੇ ਸਾਧੂ ਨੇ ਪ੍ਰਸ਼ਾਦ ਛਕਿਆ, ਕਿੱਡੇ ਵੱਡੇ ਉਹਦੇ ਭਾਗ ਹੋਣਗੇ, ਕਿੱਡੇ ਵੱਡੇ ਕਰਮ ਹੋਣਗੇ, ਜਿਨ੍ਹਾਂ ਨੂੰ ਨਿੱਕੀ ਉਮਰ ਦੇ ਵਿੱਚ ਏਡੀ ਵੱਡੀ ਬਖਸ਼ਿਸ਼ ਸਤਿਗੁਰਾਂ ਦੇ ਕੋਲੋਂ ਮਿਲ ਗਈ। ਜਦੋਂ ਘਰ ਦੇ ਵਿੱਚ ਆਏ, ਆ ਕੇ ਦੱਸਿਆ, ਕਹਿਣ ਲੱਗੇ ਘੁੰਗਣੀਆਂ ਤੇ ਇੱਕ ਸਾਧੂ ਨੂੰ ਛਕਾ ਦਿੱਤੀਆਂ, ਪੈਸਾ ਉਹਦੇ ਕੋਲ ਹੈ ਨਹੀਂ ਸੀ। ਉਸ ਵੇਲੇ ਨਾਨੀ ਨੇ ਥੋੜਾ ਝਿੜਕਿਆ, ਥੋੜਾ ਗੁੱਸੇ ਹੋਏ ਵੀ ਇਹ ਕੀ ਕੀਤਾ ਹੈ। ਮਾਂ ਬਾਪ ਦੀਆਂ ਝਿੜਕਾਂ ਜਿਹੜੀਆਂ ਨੇ ਸਵਾਰਨ ਵਾਲੀਆਂ ਹੁੰਦੀਆਂ, ਵਿਗਾੜਨ ਵਾਲੀਆਂ ਨਹੀਂ ਹੁੰਦੀਆਂ। ਅੱਜ ਝਿੜਕਾਂਗੇ, ਡਰ ਦੇਵਾਂਗੇ, ਕੱਲ ਨੂੰ ਇਹ ਗਲਤੀ ਨਹੀਂ ਕਰੇਗਾ। ਜਦੋਂ ਝਿੜਕ ਮਾਰੀ, ਮਾਂ ਬਾਪ ਦਾ ਚੇਤਾ ਆਇਆ, ਜੇ ਅੱਜ ਮੇਰੇ ਮਾਂ ਬਾਪ ਹੁੰਦੇ ਮੈਂ ਇਹ ਕੰਮ ਕਰਕੇ ਆਉਂਦਾ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਨਹੀਂ ਸੀ ਝਿੜਕਣਾ।
ਅੱਖਾਂ ਵਿੱਚ ਪਾਣੀ ਆ ਗਿਆ ਭਾਈ ਜੇਠਾ ਜੀਆਂ ਦੇ, ਵੈਰਾਗ ਆ ਗਿਆ ਮਨ ਦੇ ਵਿੱਚ ਤੇ ਅੱਖਾਂ ਵਿੱਚ ਪਾਣੀ ਲੈ ਕੇ ਘਰੋਂ ਬਾਹਰ ਆ ਗਿਆ। ਗਲੀ ਦੇ ਵਿੱਚ ਆ ਕੇ ਖੜ ਗਿਆ, ਕਦੇ ਸੱਜੇ ਵੇਖਦੇ ਕਦੇ ਖੱਬੇ ਵੇਖਦੇ, ਮੈਨੂੰ ਕੋਈ ਵਰਾਉਣ ਵਾਸਤੇ ਆਏਗਾ, ਕੋਈ ਚੁੱਪ ਕਰਾਉਣ ਵਾਸਤੇ ਆਵੇਗਾ। ਥੋੜਾ ਸਮਾਂ ਲੰਘਿਆ, ਇੰਨੇ ਚਿਰ ਨੂੰ ਸੰਗਤਾਂ ਜਿਹੜੀਆਂ ਨੇ ਨਾ ਸ਼ਬਦ ਪੜ੍ਹਦੀਆਂ ਹੋਈਆਂ, ਗੁਰਬਾਣੀ ਪੜ੍ਹਦੀਆਂ ਹੋਈਆਂ ਆ ਰਹੀਆਂ। ਉਹਨਾਂ ਤੋਂ ਪੁੱਛਿਆ ਕਿੱਧਰ ਨੂੰ ਚੱਲੇ ਹੋ? ਕਹਿਣ ਲੱਗੇ ਗੋਇੰਦਵਾਲ ਚੱਲੇ ਆ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਉੱਥੇ ਕੀਰਤਨ ਸੁਣਨ ਵਾਸਤੇ ਮਿਲਦਾ ਹੈ, ਉੱਥੇ ਗੁਰਬਾਣੀ ਸੁਣਨ ਵਾਸਤੇ ਮਿਲਦੀ ਹੈ, ਅਤੇ ਛਕਣ ਵਾਸਤੇ ਭੋਜਨ ਮਿਲਦਾ ਹੈ, ਰਹਿਣ ਵਾਸਤੇ ਟਿਕਾਣਾ ਮਿਲਦਾ। ਜਦੋਂ ਬਚਨ ਸੁਣਿਆ ਤੇ ਨਾਲ ਹੀ ਚੱਲ ਪਿਆ। ਕਹਿਣ ਲੱਗੇ ਚਲੋ ਫਿਰ ਮੈਨੂੰ ਵੀ ਇਹੋ ਜਿਹੀ ਜਗ੍ਹਾ ਦੀ ਲੋੜ ਹੈ, ਇਹੋ ਜਿਹਾ ਸਥਾਨ ਚਾਹੀਦਾ ਜਿੱਥੇ ਜਾ ਕੇ ਸਭ ਕੁਝ ਪ੍ਰਾਪਤ ਹੋਵੇ, ਪਰ ਝਿੜਕ ਦੇਣ ਵਾਲਾ ਜਾਂ ਕੋਈ ਟੋਕਣ ਵਾਲਾ ਨਾ ਹੋਵੇ। ਚੱਲ ਪਏ। ਇਧਰੋਂ ਨਾਨੀ ਜੀ ਅਰਦਾਸਾਂ ਕਰਨ ਲੱਗ ਪਏ। ਕਹਿਣ ਲੱਗੇ ਐ ਅਕਾਲ ਪੁਰਖ, ਐ ਪਰਮਾਤਮਾ, ਮੇਰੇ ਦੋਤਰੇ ਨੂੰ ਜਿਗਰਾ ਤੇ ਬੜਾ ਵੱਡਾ ਦਿੱਤਾ ਦਾਨ ਕਰਨ ਦਾ, ਦਿਲ ਤੇ ਬੜਾ ਵੱਡਾ ਦਾਨ ਕਰਨ ਦਾ ਦਿੱਤਾ, ਪਰ ਦਾਨ ਕਰਨ ਵਾਸਤੇ ਪਦਾਰਥ ਨਹੀਂ ਦਿੱਤਾ। ਜਾਂ ਤੇ ਇਹਨਾਂ ਦੇ ਉੱਪਰ ਐਸੀ ਕਿਰਪਾ ਕਰ ਵੀ ਇਹ ਦਾਨ ਥੋੜਾ ਕਰਿਆ ਕਰਨ, ਤੇ ਜਾਂ ਫਿਰ ਐਸੀ ਕਿਰਪਾ ਕਰ ਵੀ ਦਾਨ ਹੀ ਇਹਨਾਂ ਦੇ ਕੋਲ ਇੰਨਾ ਹੋਵੇ ਜਿੰਨਾ ਮਰਜ਼ੀ ਦਈ ਜਾਣ, ਪਰ ਦਾਨ ਮੁੱਕੇ ਨਾ। ਐਸੀ ਦਾਤ ਇਹਨਾਂ ਦੇ ਕਰਮਾਂ ਦੇ ਵਿੱਚ ਪਰਮਾਤਮਾ ਲਿਖ। ਨਾਨੀ ਜੀ ਅਰਦਾਸਾਂ ਕਰਦੇ। ਸਤਿਗੁਰੂ ਜੀ ਉਸ ਜਥੇ ਦੇ ਨਾਲ ਗੁਰਮੁਖੋ ਗੋਇੰਦਵਾਲ ਦੀ ਧਰਤੀ ਤੇ ਆ ਗਏ। ਇੱਥੇ ਸੰਗਤਾਂ ਨੇ ਦਰਸ਼ਨ ਕੀਤੇ, ਭਾਈ ਜੇਠਾ ਜੀਆਂ ਨੇ ਵੀ ਦਰਸ਼ਨ ਕੀਤੇ। ਸੰਗਤਾਂ ਤੇ ਕੁਝ ਦਿਨ ਰਹਿ ਕੇ ਚਲੇ ਗਈਆਂ, ਪਰ ਭਾਈ ਜੇਠਾ ਜੀ ਨੇ ਮਨ ਬਣਾ ਲਿਆ ਵੀ ਇੱਥੇ ਹੀ ਰਹਿਣਾ, ਜਾਣਾ ਕੋਈ ਨਹੀਂ। ਤੁਧ ਨੂੰ ਛੋੜ ਪ੍ਰਭ ਜਾਈਐ ਕੈ ਧਰ, ਆਨ ਨਾ ਬੀਆ ਤੇਰੀ ਸਮ ਸਰ। ਤੈਨੂੰ ਛੱਡ ਕੇ ਦਾਤਿਆ ਕਿੱਥੇ ਜਾਈਏ, ਕਿਉਂਕਿ ਤੇਰੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੇਵਾ ਲਾਈ ਹੋਈ ਹੈ। ਜਿਸ ਬੌਲੀ ਵਿੱਚ ਜਾ ਕੇ ਆਪ ਸੰਗਤਾਂ ਇਸ਼ਨਾਨ ਕਰਦੇ ਹੋਏ ਨਾ ਗੋਇੰਦਵਾਲ ਜਾ ਕੇ, ਤੇ ਉੱਥੇ ਬਚਨ ਇਹ ਹੈ ਵੀ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ, ਇਸ਼ਨਾਨ ਕਰੇਗਾ ਸਨ ਕੇਸੀ, ਤੇ ਉਹਦੀ 84 ਮਹਾਰਾਜ ਕੱਟ ਦੇਣਗੇ। ਅੱਜ ਕੁਝ ਲੋਕ ਸ਼ੰਕਾ ਕਰਦੇ, ਕਹਿਣ ਲੱਗੇ ਨਹੀਂ ਇਹ ਤੇ ਭਰਮ ਹੈ, ਇਹ ਤੇ ਮਨਮਤ ਹੈ, ਇਸ ਤਰ੍ਹਾਂ ਕਿਵੇਂ ਹੋ ਸਕਦਾ। ਤੇ ਸਤਿਗੁਰਾਂ ਦੀ ਗੁਰਬਾਣੀ ਦਾ ਬਚਨ ਹੈ ਵੀ ਨਾਮ ਤੁਲ ਕਛ ਅਵਰ ਨਾ ਹੋਵੇ, ਨਾਮ ਦੇ ਬਰਾਬਰ ਕੋਈ ਦੁਨੀਆ ਦੀ ਚੀਜ਼ ਹੈ ਨਹੀਂ। ਸਤਿਗੁਰਾਂ ਨੇ ਤੇ 84 ਪਾਠ ਜਪਜੀ ਸਾਹਿਬ ਦੇ ਕਰਨ ਵਾਸਤੇ ਆਖਿਆ, 84 ਇਸ਼ਨਾਨ ਕਰਕੇ 84 ਕੱਟਣ ਵਾਸਤੇ ਆਖਿਆ। ਪਰ ਜੇ ਭਾਵਨਾ ਦੇ ਨਾਲ ਤੂੰ ਇੱਕ ਵੀ ਕਰ ਲਿਆ ਨਾ, ਤੇ ਇੱਕ ਪਾਠ ਵਿੱਚ ਇੰਨੀ ਬਰਕਤ ਹੈ ਕਿ ਤੇਰੀ 84 ਤੇ ਤੇਰੇ ਜਨਮ ਖਤਮ ਕਰ ਦੇਵੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਇਤਿਹਾਸ ਸਰਵਣ ਕਰ। ਭਾਈ ਗੋਪਾਲਾ ਜੀ ਆ ਗਏ, ਮਹਾਰਾਜ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਪਏ। ਬੜੀ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਪਾਠ ਸੁਣਾਇਆ। ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੀ ਇਹ ਵਿਚਾਰ ਹੈ ਜਿਹੜੀ ਆਪਾਂ ਸੁਣਦੇ ਪਏ, ਵੀ ਸਿੱਖ ਨੇ ਜਿੰਨੀ ਬਾਣੀ ਭਾਵਨਾ ਦੇ ਨਾਲ ਸੁਣਾਈ ਹੈ, ਦੁਨੀਆ ਦਾ ਕੋਈ ਪਦਾਰਥ ਇਹੋ ਜਿਹਾ ਹੈ ਹੀ ਨਹੀਂ ਵੀ ਜਿਹਦਾ ਇਹਦੇ ਮੁਕਾਬਲੇ ਅਸੀਂ ਦੇ ਕੇ ਆਖੀਏ ਵੀ ਲੈ ਤੈਨੂੰ ਪਾਠ ਦੀ ਬਰਾਬਰੀ ਦੇ ਵਿੱਚ ਅਸੀਂ ਇਹ ਪਦਾਰਥ ਦੇ ਦਿੱਤਾ। ਏਡਾ ਵੱਡਾ ਮਹਾਤਮ ਸਤਿਗੁਰਾਂ ਨੇ ਦੱਸਿਆ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀਆਂ। ਤੇ ਸਾਡੇ ਵਿੱਚ ਕੁਝ ਲੋਕ ਸ਼ੰਕਾ ਖੜਾ ਕਰਨ ਵਾਸਤੇ ਕਹਿੰਦੇ ਨਹੀਂ ਜਪਜੀ ਸਾਹਿਬ ਪੜ੍ਹ ਕੇ ਮੁਕਤੀ ਨਹੀਂ ਮਿਲਦੀ, 84 ਨਹੀਂ ਕੱਟੀ ਜਾਂਦੀ, ਭਰਮ ਪੈਦਾ ਹੋ ਗਿਆ। ਤੇ ਗੁਰਮੁਖੋ ਜਿਸ ਬੌਲੀ ਦੀ ਆਪਾਂ ਗੱਲ ਕਰਦੇ ਪਏ, ਇਸ ਬੌਲੀ ਦੇ ਵਿੱਚੋਂ ਮਿੱਟੀ ਕੱਢਣ ਲੱਗਿਆਂ 7 ਸਾਲ ਭਾਈ ਜੇਠਾ ਜੀ ਨੇ ਲਾਏ ਨੇ, ਜਿਹਦੇ ਵਿੱਚ ਜਾ ਕੇ ਆਪਾਂ ਇਸ਼ਨਾਨ ਕਰਦੇ ਆ ਨਾ ਜਿਨ੍ਹਾਂ ਪੌੜੀਆਂ ਤੇ, ਉਹਨਾਂ ਪੌੜੀਆਂ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ 7 ਸਾਲ ਲਗਾਤਾਰ ਤੁਰੇ ਨੇ, ਮਿੱਟੀ ਦੇ ਟੋਕਰੇ ਚੁੱਕ ਚੁੱਕ ਕੇ। ਸਾਡੇ ਵਾਸਤੇ ਉਹ ਪਹਿਲਾ ਤੀਰਥ ਸਥਾਨ ਮਹਾਰਾਜ ਨੇ ਬਣਾਇਆ। ਸਿੱਖ ਜਗਤ ਦੇ ਵਿੱਚ ਗੋਇੰਦਵਾਲ ਦੀ ਬੌਲੀ ਪਹਿਲਾ ਤੀਰਥ ਇਸ਼ਨਾਨ ਹੈ। ਇਦੋਂ ਪਹਿਲਾਂ ਇਸ਼ਨਾਨ ਕਰਨ ਵਾਸਤੇ ਤੀਰਥ ਕੋਈ ਨਹੀਂ ਹੈ ਸਿੱਖਾਂ ਦੇ। ਤੇ ਸੇਵਾ ਕਿਹਨੇ ਕੀਤੀ ਹੈ? ਭਾਈ ਜੇਠਾ ਜੀ, ਜਿਨ੍ਹਾਂ ਦਾ ਨਾਮ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ। ਤੇ ਵਿਦਵਾਨਾਂ ਨੇ ਤੇ ਇਹ ਵੀ ਲਿਖਿਆ ਵੀ 7 ਸਾਲ ਮਹਾਰਾਜ ਨੇ ਆਪਣੇ ਸਿਰ ਤੋਂ ਉਹ ਜਿਹੜਾ ਬੱਧਾ ਹੋਇਆ ਮੜਾਸਾ ਸੀ ਨਾ ਮਿੱਟੀ ਚੁੱਕਣ ਵਾਲਾ, ਉਹਨੂੰ ਵੀ ਖੋਲਣ ਦਾ ਯਤਨ ਨਹੀਂ ਕੀਤਾ। ਮਿੱਟੀ ਚੁੱਕਦੇ ਰਹੇ, ਦਿਨੇ ਰਾਤ ਸੇਵਾ ਵਿੱਚ ਹੀ ਲੱਗੇ ਰਹੇ। ਇੰਨੀ ਭਾਵਨਾ ਦੇ ਨਾਲ, ਇੰਨੀ ਸ਼ਰਧਾ ਦੇ ਨਾਲ ਸਤਿਗੁਰਾਂ ਨੇ ਸੇਵਾ ਕਰਕੇ ਅਤੇ ਗੁਰੂ ਅਮਰਦਾਸ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇੱਕ ਦਿਨ ਮਹਾਰਾਜ ਮਿੱਟੀ ਦਾ ਟੋਕਰਾ ਚੁੱਕ ਕੇ ਤੁਰੇ ਜਾਂਦੇ, ਸੇਵਾ ਵਿੱਚ ਲੱਗੇ ਹੋਏ। ਪਰ ਮਹਾਰਾਜ ਜੀਆਂ ਦਾ ਸਰੂਪ ਬੜਾ ਸੋਹਣਾ ਹੈ, ਬੜਾ ਸੋਹਣਾ ਚਿਹਰਾ ਸੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ। ਗੋਰਾ ਚਿੱਟਾ ਰੰਗ ਹੈ, ਨੈਣ ਨਕਸ਼ ਬੜੇ ਸੋਹਣੇ ਨੇ। ਤੁਰੇ ਜਾ ਰਹੇ, ਉਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਮਹਿਲ ਕਹਿਣ ਲੱਗੇ ਵੀ ਆਪਣੀ ਪੁੱਤਰੀ ਵਾਸਤੇ ਕੋਈ ਯੋਗ ਵਰ ਵੇਖਣਾ ਚਾਹੀਦਾ। ਤੇ ਗੁਰਮੁਖੋ ਉਹਨਾਂ ਸਮਿਆਂ ਵਿੱਚ ਪੰਡਤ ਜਿਹੜੇ ਸਨ ਨਾ, ਲਾਗੀ ਲੋਕ ਜਾ ਕੇ ਰਿਸ਼ਤਾ ਕਰਦੇ ਸਨ। ਲਾਗੀ ਨੂੰ ਬੁਲਾਇਆ ਗਿਆ, ਲਾਗੀ ਨੇ ਪੁੱਛਿਆ ਕਿਹੋ ਜਿਹਾ ਵਰ ਚਾਹੀਦਾ। ਇੰਨੇ ਚਿਰ ਨੂੰ ਭਾਈ ਜੇਠਾ ਜੀ ਟੋਕਰੀ ਚੁੱਕ ਕੇ ਤੁਰੇ ਆਉਂਦੇ, ਸੁਭਾਵਕ ਮੂੰਹੋਂ ਬਚਨ ਨਿਕਲਿਆ, ਕਹਿਣ ਲੱਗੇ ਇਹਨਾਂ ਵਰਗਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਫਿਰ ਇਹਨਾਂ ਵਰਗੇ ਤੇ ਇਹੋ ਹੀ ਨੇ, ਇਹਨਾਂ ਵਰਗਾ ਦੂਜਾ ਕੋਈ ਹੋਇਆ ਹੀ ਨਹੀਂ ਹੈ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਤੁਹਾਡੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਵੇਗਾ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਬਚਨ ਸੁਣ ਕੇ ਸਾਰਿਆਂ ਨੇ ਹੱਥ ਜੋੜੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਨਾਮ ਹੈ ਭਾਈ ਜੇਠਾ ਜੀ, ਉਹਨਾਂ ਨੂੰ ਕੋਲ ਬੁਲਾਇਆ ਗਿਆ। ਕੋਲ ਬੁਲਾ ਕੇ ਸਾਰੇ ਪਰਿਵਾਰ ਬਾਰੇ ਪਤਾ ਕੀਤਾ, ਪੁੱਛਿਆ ਮਾਤਾ ਪਿਤਾ ਕਿੱਥੇ ਨੇ। ਦੱਸਿਆ ਮਹਾਰਾਜ ਜੀ ਮਾਤਾ ਪਿਤਾ ਤੇ ਬਚਪਨ ਵਿੱਚ ਸਰੀਰ ਛੱਡ ਗਏ ਸਨ, ਨਾਨਕਿਆਂ ਨੇ ਪਾਲਿਆ, ਇਸ ਪਿੰਡ ਤੇ ਇਸ ਸ਼ਹਿਰ ਦੇ ਮੈਂ ਰਹਿਣ ਵਾਲਾ। ਬੁਲਾਇਆ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੀ ਸਪੁੱਤਰੀ ਦਾ ਰਿਸ਼ਤਾ ਜਿਹੜਾ ਸੀ ਨਾ ਬੀਬੀ ਭਾਨੀ ਜੀਆਂ ਦਾ, ਉਹ ਭਾਈ ਜੇਠਾ ਜੀ ਦੇ ਨਾਲ ਕੀਤਾ। ਆਪਣੇ ਘਰ ਦੇ ਵਿੱਚ ਹੀ ਰੱਖ ਲਿਆ, ਆਪਣੇ ਕੋਲ ਹੀ ਰੱਖਦੇ। ਦਿਨੇ ਰਾਤ ਸੇਵਾ ਵਿੱਚ ਲੱਗੇ ਰਹਿੰਦੇ, ਦਿਨੇ ਰਾਤ ਸੇਵਾ ਕਰਦੇ ਰਹਿੰਦੇ। ਬੜੀ ਭਾਵਨਾ ਦੇ ਨਾਲ ਸਮਾਂ ਬਤੀਤ ਹੁੰਦਾ ਗਿਆ। ਇਧਰੋਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ, ਸਤਿਗੁਰਾਂ ਦੇ ਦੋ ਜਵਾਈ ਸਨ। ਮਹਾਰਾਜ ਦੇ ਦੋ ਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਚਾਰਾਂ ਨੂੰ ਸੇਵਾ ਮਹਾਰਾਜ ਕੋਈ ਨਾ ਕੋਈ ਬਖਸ਼ਿਸ਼ ਕਰ ਛੱਡਦੇ। ਚੌਵਾਂ ਦੀ ਪਰਖ ਕਰਦੇ ਵੀ ਕਿਹੜਾ ਹੈ ਜਿਹੜਾ ਇਸ ਗੁਰਤਾ ਗੱਦੀ ਨੂੰ ਲੈਣ ਦੇ ਯੋਗ ਹੋਵੇਗਾ। ਤੇ ਚੌਵਾਂ ਦੀ ਪਰਖ ਦੇ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਅੱਗੇ ਤੋਂ ਅੱਗੇ ਲੰਘਦੇ ਗਏ ਸਭ ਤੋਂ, ਬਾਕੀ ਸਾਰੇ ਪਿੱਛੇ ਤੋਂ ਪਿੱਛੇ ਰਹਿੰਦੇ ਗਏ। ਪਰ ਸਤਿਕਾਰ ਬੜਾ ਹੈ, ਮਾਣ ਬੜਾ ਹੈ ਮਨ ਦੇ ਵਿੱਚ। ਤੇ ਉਸ ਵੇਲੇ ਕੀ ਹੋਇਆ, ਕਹਿਣ ਲੱਗੇ ਇੱਕ ਦਿਨ ਭਾਈ ਜੇਠਾ ਜੀਆਂ ਦੇ ਪਰਿਵਾਰ ਵਿੱਚੋਂ ਜਿਹੜੇ ਰਿਸ਼ਤੇਦਾਰ ਸਨ ਨਾ, ਲਾਹੌਰ ਤੋਂ ਚੱਲ ਕੇ ਆਏ। ਮਨ ਵਿੱਚ ਉਹਨਾਂ ਦੇ ਮਾਣ ਸੀ ਵੀ ਅਸੀਂ ਗੁਰੂ ਘਰ ਦੇ ਵਿੱਚ ਸਾਡਾ ਲੜਕਾ ਵਿਆਹਿਆ ਹੋਇਆ ਹੈ, ਸਾਡੇ ਪੁੱਤਰ ਦੇ ਸਹੁਰੇ ਨੇ ਗੁਰੂ ਘਰ ਦੇ ਵਿੱਚ, ਜਾਂ ਸਾਡਾ ਫਲਾਣਾ ਅੰਗ ਸਾਕ ਲੱਗਦਾ ਹੈ। ਕਹਿਣ ਲੱਗੇ ਚਲੋ ਆਪਾਂ ਹਰਿਦੁਆਰ ਤੇ ਜਾਣਾ ਹੀ ਹੈ, ਗੋਇੰਦਵਾਲ ਤੋਂ ਹੋ ਕੇ ਚੱਲਾਂਗੇ। ਤੇ ਗੋਇੰਦਵਾਲ ਤੋਂ ਹੋ ਕੇ ਚੱਲਾਂਗੇ, ਗੁਰੂ ਘਰ ਦੇ ਵਿੱਚ ਸੇਵਾ ਕਰਵਾਵਾਂਗੇ, ਵੇਖਾਂਗੇ ਉੱਥੇ ਕਿਸ ਤਰ੍ਹਾਂ ਦਾ ਕਾਰੋਬਾਰ ਚੱਲਦਾ ਹੈ। ਜਦੋਂ ਇਹ ਲੋਕ ਹੰਕਾਰ ਦੇ ਭਰੇ ਹੋਏ ਆਏ ਗੋਇੰਦਵਾਲ ਦੀ ਧਰਤੀ ਤੇ, ਇਹਨਾਂ ਨੇ ਬੜੇ ਉੱਚੇ ਉੱਚੇ ਆ ਕੇ ਬਚਨ ਆਖੇ। ਕਹਿਣ ਲੱਗੇ ਵੀ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਹੜੇ ਹਨ, ਜਿਨ੍ਹਾਂ ਦਾ ਨਾਮ ਭਾਈ ਜੇਠਾ ਜੀ ਹੈ, ਉਹਨਾਂ ਦੇ ਸਰੀਕੇ ਕਬੀਲੇ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਲੱਗਦੇ ਆ। ਤੇ ਸਾਡਾ ਗੁਰੂ ਘਰ ਦੇ ਨਾਲ ਰਿਸ਼ਤਾ ਹੈ, ਅਸੀਂ ਗੁਰੂ ਦੇ ਕੁੜਮ ਲੱਗਦੇ ਹਾਂ ਤੇ ਅਸੀਂ ਵੱਡੇ ਆ, ਸਾਡੀ ਸੇਵਾ ਕੀਤੀ ਜਾਏ। ਹੋਰ ਵੀ ਇਹਨਾਂ ਨੇ ਕਈ ਤਰ੍ਹਾਂ ਦੇ ਬਚਨ ਕੀਤੇ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਮੁਖ ਦੇ ਵਿੱਚੋਂ ਬਚਨ ਨਿਕਲਿਆ। ਕਹਿਣ ਲੱਗੇ ਭਾਈ ਗੁਰੂ ਦੇ ਵਰਗਾ ਤੇ ਕੋਈ ਦੂਜਾ ਹੋ ਹੀ ਨਹੀਂ ਸਕਦਾ, ਤੇ ਗੁਰੂ ਦਾ ਕੁੜਮ ਤੇ ਕੋਈ ਬਣ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਕੌਣ ਮਾਲਕ ਬਣ ਸਕਦਾ, ਜਾਂ ਬਰਾਬਰੀ ਕੌਣ ਕਰ ਸਕਦਾ ਹੈ? ਨਹੀਂ ਕਰ ਸਕਦਾ। ਜਿਹੜੇ ਇਹੋ ਜਿਹੇ ਹੰਕਾਰ ਵਾਲੇ ਬਚਨ ਕਰਦੇ ਨੇ, ਉਹਨਾਂ ਨੂੰ ਦੁੱਖ ਤੇ ਮੁਸੀਬਤਾਂ ਆ ਕੇ ਪੈਂਦੀਆਂ ਨੇ, ਜਿਹੜੇ ਆਪਣੇ ਆਪ ਨੂੰ ਜਨਾਉਂਦੇ ਨੇ। ਜਦੋਂ ਐਸੇ ਬਚਨ ਮਹਾਰਾਜ ਜੀਆਂ ਦੇ ਮੁਖ ਤੋਂ ਨਿਕਲੇ, ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਹੰਕਾਰ ਕਰਨ ਵਾਲੇ ਜਿਹੜੇ ਨਾ ਲੂਣ ਦੇ ਵਾਂਗ ਗਲ ਜਾਂਦੇ ਨੇ, ਲੂਣ ਦੇ ਵਾਂਗ ਮੁੱਕ ਜਾਂਦੇ ਨੇ। ਐਸੀ ਹਾਲਤ ਉਹਨਾਂ ਦੀ ਹੋ ਜਾਂਦੀ ਹੈ। ਐਸੇ ਬਚਨ ਮਹਾਰਾਜ ਜੀਆਂ ਦੇ ਮੁਖ ਤੋਂ ਨਿਕਲੇ। ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀਆਂ ਨੂੰ ਪਤਾ ਲੱਗਾ। ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਆਪ ਜੀਆਂ ਨੇ ਬਚਨ ਬਖਸ਼ੇ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਇਹਨਾਂ ਨੇ ਆਖਿਆ ਸੀ ਅਸੀਂ ਗੁਰੂ ਦੇ ਕੁੜਮ ਆਏ ਹਾਂ, ਤੇ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਕੋਈ ਕੁੜਮ ਨਹੀਂ ਹੋ ਸਕਦਾ। ਇਹਨਾਂ ਨੇ ਹੰਕਾਰ ਵਾਲੇ ਬਚਨ ਕੀਤੇ, ਤੇ ਭਾਈ ਜੇਠਾ ਜੀ ਉਸ ਹੰਕਾਰ ਦੀ ਸਜ਼ਾ ਜਿਹੜੀ ਹੈ ਨਾ, ਉਹ ਇਹਨਾਂ ਨੂੰ ਪ੍ਰਾਪਤ ਹੋਣੀ ਹੈ, ਤਾਂ ਕਿ ਇਹਨਾਂ ਨੂੰ ਭੈ ਰਵੇ ਗੁਰੂ ਦਾ, ਇਹਨਾਂ ਨੂੰ ਸਤਿਕਾਰ ਰਵੇ ਤੁਹਾਡਾ। ਐਸੇ ਅਸੀਂ ਬਚਨ ਕੀਤੇ।
ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਪੂਰੇ ਵੀ ਹੋਏ। ਹਰਿਦੁਆਰ ਗਏ, ਕਈ ਉੱਥੇ ਬਿਮਾਰੀ ਦੇ ਨਾਲ ਖਤਮ ਹੋ ਗਏ ਤੇ ਕੁਝ ਜਿਹੜੇ ਮੁੜ ਕੇ ਲਾਹੌਰ ਗਏ। ਲਾਹੌਰ ਦੇ ਵਜ਼ੀਰ ਨੇ, ਜਿਹੜਾ ਉੱਥੋਂ ਦਾ ਕੋਈ ਵਜ਼ੀਰ ਸੀ ਨਵਾਬ, ਉਹਨੇ ਉਜਾੜ ਕੇ ਉੱਥੋਂ ਕੱਢ ਦਿੱਤਾ, ਭਜਾ ਦਿੱਤਾ। ਐਸੇ ਬਚਨ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਸਮਤਾ ਕਰਨੀ ਚਾਹੀਏ ਨਾ, ਬਰਾਬਰੀ ਕਰਨੀ ਚਾਹੀਦੀ ਹੈ। ਐਸੀ ਹਾਲਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਪਰ ਸਤਿਗੁਰੂ ਪਾਤਸ਼ਾਹ ਦਇਆ ਬੜੀ ਕਰਦੇ ਸਨ, ਮਿਹਰ ਬੜੀ ਕਰਦੇ ਨੇ। ਜਿਹੜਾ ਬਚਨ ਸੀ ਨਾ ਵੀ ਮਹਾਰਾਜ ਜਿੱਡੇ ਵੱਡੇ ਨੇ, ਦਾਤਾਂ ਵੀ ਓਡੀਆਂ ਵੱਡੀਆਂ ਦੇ ਦਾਤੇ ਬੰਨ। ਗੁਰਮੁਖੋ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਇੱਕ ਫਕੀਰ ਆਉਂਦਾ ਚੱਲ ਕੇ, ਆਪਾਂ ਕਹਿ ਨਹੀਂ ਸਕਦੇ, ਪਰ ਮਹਾਰਾਜ ਦਾ ਅੱਧਾ ਨਾਮ ਲੈਂਦਾ ਆ ਕੇ, ਅੱਧਾ ਨਾਮ ਰੋਜ਼ ਉੱਚੀ ਆਵਾਜ਼ ਦੇ ਵਿੱਚ, ਇਹ ਨਹੀਂ ਵੀ ਲੋਕੇ ਛੁਪ ਕੇ, ਅੱਧਾ ਨਾਮ ਲੈ ਕੇ ਦਰਵਾਜ਼ੇ ਤੇ ਆਵਾਜ਼ਾਂ ਮਾਰਦਾ ਕਿ ਮੈਨੂੰ ਕੁਝ ਦੇ, ਗੁਰੂ ਅਮਰਦਾਸ ਪਾਤਸ਼ਾਹ ਦਾ ਨਾਮ ਲੈ ਕੇ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਆਖਿਆ, ਇਹਨੂੰ ਖਾਣ ਵਾਸਤੇ ਜਿੰਨਾ ਆਟਾ ਚਾਹੀਦਾ ਰੋਜ਼ ਦੇ ਦਿਆ ਕਰੋ, ਜਿੰਨੀ ਮਾਇਆ ਟਕਾ ਜਾਂ 2 ਟਕੇ ਚਾਹੀਦੇ ਰੋਜ਼ ਇਹਨੂੰ ਦੇ ਦਿਆ ਕਰੋ। ਤੇ ਉਹਨੂੰ ਆਖਿਆ ਵੀ ਤੂੰ ਰੋਜ਼ ਇਸੇ ਤਰ੍ਹਾਂ ਹੀ ਆਵਾਜ਼ ਮਾਰਨੀ ਹੈ, ਸਾਨੂੰ ਸਾਡਾ ਅੱਧਾ ਨਾਮ ਲੈ ਕੇ ਆਵਾਜ਼ ਮਾਰ ਲਿਆ ਕਰ। ਉਹ ਮਨ ਦੇ ਵਿੱਚ ਚੰਬਲ ਗਿਆ। ਜਦੋਂ ਉਹਨੇ ਆਉਣਾ, ਬੜੇ ਖੋਟੇ ਖੋਟੇ ਮਾੜੇ ਮਾੜੇ ਬਚਨ ਕਰਨੇ, ਤੇ ਸੰਗਤਾਂ ਸਿੱਖਾਂ ਦੇ ਕੋਲੋਂ ਦਾਨ ਲੈ ਕੇ ਉਸ ਫਕੀਰ ਨੇ ਚਲੇ ਜਾਣਾ। ਇੱਕ ਦਿਨ ਸਮਾਂ ਇਹੋ ਜਿਹਾ ਆਇਆ, ਗੁਰੂ ਅਮਰਦਾਸ ਮਹਾਰਾਜ ਜੀਆਂ ਨੇ 2 ਸੋਨੇ ਦੇ ਕੰਗਣ ਜਿਹੜੇ ਸੀ ਨਾ ਭਾਈ ਜੇਠਾ ਜੀਆਂ ਨੂੰ ਬਖਸ਼ਿਸ਼ ਕੀਤੇ ਵੀ ਲਓ ਇਹ ਸੋਨੇ ਦੇ ਕੰਗਣ ਆਪ ਤੁਸੀਂ ਪਹਿਨਿਆ ਕਰੋ। ਜਦੋਂ ਭਾਈ ਜੇਠਾ ਜੀ ਨੇ ਉਸ ਫਕੀਰ ਦੇ ਕੋਲੋਂ ਸਤਿਗੁਰਾਂ ਦਾ ਅੱਧਾ ਨਾਮ ਸੁਣਨਾ ਤੇ ਮਨ ਵਿੱਚ ਬੜਾ ਦੁੱਖ ਹੋਣਾ ਵੀ ਮਹਾਰਾਜ ਦਾ ਅੱਧਾ ਨਾਮ ਕਿਉਂ ਲੈਂਦਾ। ਭਾਈ ਜੇਠਾ ਜੀ ਨੇ ਆਪਣੇ ਹੱਥ ਵਿੱਚੋਂ ਕੜਾ ਲਾਇਆ, ਕਿੱਡੇ ਵੱਡੇ ਦਾਤੇ ਨੇ। ਆਪਾਂ ਤੇ ਸਾਖੀ ਇਹ ਸਰਵਣ ਕੀਤੀ ਹੈ ਵੀ ਘੁੰਗਣੀਆਂ ਦਾ ਹੀ ਦਾਨ ਕਰ ਆਏ। ਘੁੰਗਣੀਆਂ ਤੇ ਹੋ ਸਕਦਾ ਥੋੜੇ ਮੁੱਲ ਦੀਆਂ ਹੋਣਗੀਆਂ, ਸੋਨੇ ਦੇ ਕੰਗਣ ਦਾ ਕਿੰਨਾ ਮੁੱਲ ਹੈ। ਇੱਕ ਦਿਨ ਗਏ, ਆਪਣੇ ਸੋਨੇ ਦਾ ਕੰਗਣ ਉਤਾਰਿਆ, ਉਸ ਫਕੀਰ ਨੂੰ ਦੇ ਕੇ ਆਖਣ ਲੱਗੇ, ਅੱਜ ਤੋਂ ਬਾਅਦ ਮੇਰੇ ਦਾਤੇ ਦਾ ਅੱਧਾ ਨਾਮ ਨਹੀਂ ਲੈਣਾ। ਇਹ ਕੜਾ ਤੈਨੂੰ ਦਿੱਤਾ, ਤੂੰ ਇਹਨੂੰ ਵੇਚ, ਜਿੰਨੀ ਮਾਇਆ ਬਣਦੀ ਹੈ ਲੈ ਕੇ ਆਪਣਾ ਗੁਜ਼ਾਰਾ ਕਰ ਤੇ ਆਨੰਦ ਲਿਆ ਕਰ। ਸਮਾਂ ਬਤੀਤ ਹੋ ਗਿਆ, 8-10 ਦਿਨ ਲੰਘੇ। 8-10 ਦਿਨਾਂ ਬਾਅਦ ਫਿਰ ਆ ਗਿਆ। ਫਿਰ ਆ ਕੇ ਮਹਾਰਾਜ ਦਾ ਅੱਧਾ ਨਾਮ ਲੈ ਛੱਡਿਆ ਕਰੇ, ਨਾਲੇ ਮੰਗੇ ਵੀ ਲਿਆਓ ਮੈਨੂੰ ਕੁਝ ਦਿਓ। ਭਾਈ ਜੇਠਾ ਜੀ ਨੇ ਕੰਨਾਂ ਵਿੱਚ ਆਵਾਜ਼ ਪਾਈ, ਇਹਨੂੰ ਸੋਨੇ ਦਾ ਕੰਗਣ ਦਿੱਤਾ ਸੀ, ਇਹਦੇ ਕੋਲੋਂ ਜ਼ੁਬਾਨ ਲਈ ਸੀ ਵੀ ਅੱਜ ਤੋਂ ਬਾਅਦ ਨਾ ਤੂੰ ਮਹਾਰਾਜ ਦਾ ਅੱਧਾ ਨਾਮ ਲਈ। ਇਹ ਆਪਣੀ ਜ਼ੁਬਾਨ ਤੋਂ ਮੁੱਕਰ ਗਿਆ, ਫਿਰ ਆ ਗਿਆ। ਕੀ ਕੀਤਾ, ਦੂਜੇ ਹੱਥ ਦਾ ਕੜਾ ਲਾ ਕੇ ਵੀ ਦੇ ਦਿੱਤਾ, ਲੈ ਦੂਜਾ ਕੜਾ ਵੀ ਲੈ ਜਾ, ਤੂੰ ਆਪਣੀਆਂ ਲੋੜਾਂ ਪੂਰੀਆਂ ਕਰ, ਪਰ ਅੱਜ ਤੋਂ ਬਾਅਦ ਦਾਤੇ ਦਾ ਸਤਿਗੁਰਾਂ ਦਾ ਅੱਧਾ ਨਾਮ ਨਹੀਂ ਲੈਣਾ। ਦੂਜਾ ਕੜਾ ਵੀ ਲੈ ਕੇ ਚਲਾ ਗਿਆ। 10-15 ਦਿਨ ਲੰਘੇ, ਫਿਰ ਆ ਗਿਆ ਦੁਬਾਰਾ। ਉਹਦਾ ਲਾਲਚ ਵੱਧ ਗਿਆ ਵੀ ਹੁਣ ਤੇ ਮੈਨੂੰ ਸੋਨੇ ਦੇ ਕੰਗਣ ਮਿਲਣ ਲੱਗ ਪਏ। ਹੁਣ ਰੋਜ਼ ਆਉਂਦਾ, ਨੇਮ ਦੇ ਨਾਲ ਆਉਂਦਾ, ਹੋਰ ਮਾੜੇ ਸ਼ਬਦ ਬੋਲਦਾ। ਤੇ ਜਦੋਂ ਇਸ ਗੱਲ ਦਾ ਪਤਾ ਲੱਗਾ ਨਾ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ, ਸਤਿਗੁਰੂ ਕਹਿਣ ਲੱਗੇ, ਭਾਈ ਜੇਠਾ ਜੀ ਤੁਸੀਂ ਸੋਨੇ ਦੇ ਕੰਗਣ ਕਿਉਂ ਦਿੱਤੇ? ਉਹਦਾ ਤੇ ਸੁਭਾਅ ਹੀ ਇਹੋ ਜਿਹਾ ਹੈ। ਜਿਹੜੇ ਲੋਕ ਇਹੋ ਜਿਹਾ ਸੁਭਾਅ ਰੱਖਦੇ ਨੇ ਨਾ, ਖਾ ਕੇ ਕਿਸੇ ਦਾ ਲੂਣ ਤੇ ਭੁੱਲ ਜਾਂਦੇ ਨੇ। ਮਹਾਰਾਜ ਕਹਿਣ ਲੱਗੇ ਉਹ ਨਮਕ ਦੇ ਵਾਂਗ, ਲੂਣ ਦੇ ਵਾਂਗ ਗਾਲੀ ਜਾਂਦੇ ਨੇ। ਬਚਨ ਨਿਕਲ ਗਿਆ ਮਹਾਰਾਜ ਦੇ ਮੁਖੋਂ। ਤੇ ਗੁਰੂ ਅਮਰਦਾਸ ਮਹਾਰਾਜ ਦੇ ਮੁਖੋਂ ਨਿਕਲਿਆ ਬਚਨ, ਤੇ ਕਹਿਣ ਲੱਗੇ ਫਕੀਰ ਨੂੰ ਕੋੜ ਹੋਣਾ ਸ਼ੁਰੂ ਹੋ ਗਿਆ। ਨਕਲੀ ਫਕੀਰ ਸੀ, ਪਖੰਡੀ, ਠਾਗੀ ਫਕੀਰ ਕਾਹਦਾ ਸੀ? ਜਿਹੜਾ ਇੱਕ ਕੜੇ ਤੋਂ ਮਗਰੋਂ ਦੂਜਾ ਕੜਾ ਵੀ ਲੈਂਦਾ ਪਿਆ, ਠਾਗੀ ਹੋਇਆ, ਫਕੀਰ ਤੇ ਨਾ ਹੋਇਆ। ਸਰੀਰ ਨੂੰ ਕੋੜ ਹੋ ਗਿਆ ਤੇ ਗਲਣਾ ਸ਼ੁਰੂ ਹੋ ਗਿਆ। ਤੇ ਫਿਰ ਜਾ ਕੇ ਸਮਝ ਪਈ ਵੀ ਮੈਂ ਤੇ ਲਾਲਚ ਵਿੱਚ ਆ ਕੇ ਨਾਲੇ ਤੇ ਉਸੇ ਗੁਰੂ ਦਾ ਦਿੱਤਾ ਖਾਂਦਾ ਆ, ਨਾਲੇ ਉਹਦਾ ਹੀ ਅੱਧਾ ਨਾਮ ਲੈਂਦਾ, ਤੇ ਨਾਲੇ ਸੰਗਤ ਵਿੱਚ ਮਾੜਾ ਬਚਨ ਕਰਦਾ। ਤੇ ਇੰਨਾ ਕੁਝ ਲੈ ਕੇ ਵੀ ਮੈਨੂੰ ਸਮਝ ਨਹੀਂ ਆਈ। ਸੰਗਤਾਂ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ, ਹੁਣ ਮੇਰਾ ਪਾਰ ਉਤਾਰਾ ਕੌਣ ਕਰੇਗਾ? ਤੇ ਸਿੱਖਾਂ ਨੇ ਦੱਸਿਆ, ਇਸ ਵੇਲੇ ਭਾਈ ਜੇਠਾ ਜੀ ਨੇ, ਜੇ ਤੂੰ ਉਹਨਾਂ ਦੇ ਪੈਰ ਫੜ ਲਵੇਂ, ਉਹ ਸਤਿਗੁਰਾਂ ਦੇ ਅੱਗੇ ਬੇਨਤੀ ਕਰ ਸਕਦੇ। ਉਹਨਾਂ ਦੀ ਬੇਨਤੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਟਾਲਣਗੇ ਨਹੀਂ, ਮੋੜਨਗੇ ਨਹੀਂ। ਤੇ ਭਾਈ ਜੇਠਾ ਜੀ ਜਾ ਰਹੇ ਸਨ, ਤੇ ਕਹਿਣ ਲੱਗੇ, ਉਸ ਵੇਲੇ ਫਕੀਰ ਨੇ ਚਰਨ ਫੜ ਕੇ ਆਖਿਆ, ਮੈਂ ਤੇ ਕੇਵਲ ਲਿਬਾਸ ਦਾ ਫਕੀਰ ਬਣਿਆ, ਫਕੀਰ ਹੈ ਨਹੀਂ ਮੈਂ ਮਹਾਰਾਜ ਨੂੰ ਮਾੜੇ ਬਚਨ ਬੋਲੇ, ਮੇਰਾ ਸਰੀਰ ਗਲਣਾ ਸ਼ੁਰੂ ਹੋ ਗਿਆ, ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਬਖਸ਼ਾ ਦਿਓ। ਮੈਂ ਅੱਜ ਤੋਂ ਬਾਅਦ ਇਹ ਪੱਕੀ ਸਹੁੰ ਖਾਂਦਾ ਹਾਂ ਵੀ ਅੱਜ ਤੋਂ ਬਾਅਦ ਮੈਂ ਕਰਮ ਨਹੀਂ ਕਰਾਂਗਾ। ਨਾਲੇ ਉਹ ਜਿਹੜੇ 2 ਕੰਗਣ ਸਨ ਸੋਨੇ ਦੇ, ਉਹ ਵੀ ਕਹਿ ਵੀ ਆ ਵੀ ਤੁਸੀਂ ਆਪਣੇ ਵਾਪਸ ਲੈ ਲਓ, ਮੈਨੂੰ ਇਹ ਵੀ ਨਹੀਂ ਚਾਹੀਦੇ, ਪਰ ਮੇਰੀ ਗਲਤੀ ਦੀ ਮੈਨੂੰ ਮਾਫੀ ਦਵਾ ਦਿਓ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਫਕੀਰ ਦੀ ਦਿੱਤਾ ਹੋਇਆ ਦਾਨ ਕਦੇ ਵਾਪਸ ਨਹੀਂ ਲਈਦਾ ਸੀ। ਇਹ ਤੁਹਾਨੂੰ ਦਾਨ ਕੀਤੇ ਨੇ, ਵਾਪਸ ਨਹੀਂ ਚਾਹੀਦੇ।
पर बेनती असीं तुहाडी कर दिंदे आ दोवें हथ जोड़ के। धन गुरु रामदास पातशाह जियां ने गुरु अमरदास पातशाह दे अगे बेनती कीती, महाराज बख्श लो, ये तुहाडे चरनां दी शरण विच आया, इहदे ते किरपा करो, इहनूं माफ कर दिओ। ते गुरु अमरदास महाराज जी कहन लगे, भाई जेठा जी गुनाह ते इसने वड्डा कीता सी, पर तुहाडा बचन असीं मोड़ नहीं सकदे। जे तुसीं आखदे हो ते चलो गुरु नानक साहब किरपा करनगे, इहदे गुनाह तो इहनूं छुटकारा मिल जाएगा। एक वारी आखिए सतनाम श्री वाहिगुरू। महाराज दा बचन आपां पढ़दे हां, हम अवगुण भरे एक गुण नाही, अमृत छाड़ बिखै बिख खाई। ਇਹ ਸਾਧੂ ਦਾ ਹਾਲ ਸੀਗਾ, ਅੰਮ੍ਰਿਤ ਨਾਮ ਨੂੰ ਛੱਡ ਕੇ ਮਹਾਰਾਜ ਦੇ ਅੱਧੇ ਨਾਮ ਦੀ ਜ਼ਹਿਰ ਖਾਂਦਾ, ਅੱਧਾ ਨਾਮ ਲੈ ਲੈ ਕੇ ਨਿਰਾਦਰ ਕਰਦਾ। ਮਾਇਆ ਦੇ ਮੋਹ ਦੇ ਵਿੱਚ ਭਰਮ ਗਿਆ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾ ਰਸ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ जाम त्रास मटाई। गुरु रामदास पातशाह की शरण इहो जी है कि जमां दा डर इत्थे मुक जांदा। जिस गुरु रामदास पातशाह महाराज जियां दे छोटे हुंदियां माता पिता चढ़ाई कर गए ते खाण वास्ते भोजन दे लाले पै गए, उस दे घर विच इन्नियां बरकतां सेवा करके सिमरन करके और बचन मन के प्राप्त होईयां। अज आपां वेखदे हां धन गुरु रामदास पातशाह दे घर दे विच श्री हरमंदर साहब दी धरती ते चौवां दरवाजियां तो संगत आउंदी है ते सारे हथ जोड़ जोड़ के मंगदे ने, सब तुद है पासों मंगदे, नित कर अरदास। क्यों मंगदे आ? क्योंकि गुरु रामदास पातशाह ऐसे गुरु ने जिन्हां दे कोल कुछ ना हुंदियां होया भी टोकरी उन्हां ने चुक के दे दित्ती घुमणियां दी, जिन्हां नूं 2 कंगण सोने दे मिले, झाटी मोह नूं छड्ड के ममता नूं छड्ड के धन दे लालच नूं छड्ड के वो भी दान कर छड्डिया। ऐसी दात उन्होंने प्राप्त हुई। ऐसे गरीब नवाज ने सतगुरु जी और इन्ना प्यार करते, इन्ना प्रेम करते धन गुरु अमरदास महाराज जी नूं, जिहड़ा किया नहीं जा सकता, दसिया नहीं जा सकता। एक वेले धन गुरु अमरदास पातशाह ने बचन कीते, कहन लगे जाओ भाई जेठा जी अपने नगर जा आओ, लाहौर शहर अपने